ਮੇਰੇ ਖੋਜ ਪੱਤਰ ਦਾ ਵਿਸ਼ਾ ਹੈ ਸਮਾਜ ਦੇ ਅਣਗੌਲੇ ਪੱਖਾਂ ਪ੍ਰਤੀ ਚੇਤਨਤਾ, ਇੱਕ ਝਾਤ, ਸੋਸ਼ਲ ਨੈਟਵਰਕਿੰਗ ਦੇ ਪ੍ਰਸੰਗ ਹੇਠ ਪੰਜਾਬੀ ਈ ਸਾਹਿਤ ਦੇ ਹਵਾਲੇ ਨਾਲ। ਹਾਸ਼ੀਆਕ੍ਰਿਤ ਕੌਣ ਹਨ? ਹਾਸ਼ੀਏ 'ਤੇ ਧੱਕੇ ਹੋਏ ਜਾਂ ਸਮਾਜ ਦੇ ਅਣਗੌਲੇ ਪੱਖ ਜਾਂ ਵਰਗ ਜੋ ਸਮਾਜਿਕ, ਆਰਥਿਕ, ਧਾਰਮਿਕ, ਸਰੀਰਕ ਊਣਤਾਈਆਂ ਪੱਖੋਂ ਨਕਾਰੇ ਲੋਕ ਸਮੂਹਾਂ ਨੂੰ ਅਸੀਂ ਹਾਸ਼ੀਆਕ੍ਰਿਤ ਦੇ ਨਾਂ ਨਾਲ ਜਾਣ ਸਕਦੇ ਹਾਂ। ਨਾ ਬਰਾਬਰੀ, ਸਾਧਨਹੀਣਤਾ, ਭੂਮੀਹੀਣਤਾ, ਅਨਪੜ੍ਹਤਾ, ਪਛੜਾਪਣ, ਲਿੰਗਿਕ ਅਤੇ ਨਸਲੀ ਵਖਰੇਵੇਂ, ਜਮਾਤ ਅਤੇ ਜਾਤ ਵੱਖ-ਵੱਖ ਤੱਤ ਹਨ ਜੋ ਹਾਸ਼ੀਆਗਤ ਸਮੂਹਾਂ ਨੂੰ ਜਨਮ ਦਿੰਦੇ ਹਨ ਅਤੇ ਇਹਨਾਂ ਸਮੂਹਾਂ ਦਾ ਵਰਗੀਕਰਨ ਵੀ ਕਰਦੇ ਹਨ। ਵਿਸ਼ੇ ਦੀ ਮੁੱਢਲੀ ਜਾਣ ਪਛਾਣ ਹੋਣ ਪਿੱਛੋਂ ਮੁੱਖ ਸਵਾਲ ਸਾਹਮਣੇ ਖੜ੍ਹਾ ਹੈ ਸਮਾਜ ਦੇ ਇਹਨਾਂ ਅਣਗੌਲੇ ਪੱਖਾਂ ਪ੍ਰਤੀ ਚੇਤਨਾ ਦਾ ਸਵਾਲ। ਇਹਨਾਂ ਮਸਲਿਆਂ ਬਾਰੇ ਰਾਜਨੀਤਿਕ ਜਾਂ ਸਮਾਜਿਕ ਪੱਧਰ 'ਤੇ ਕੋਈ ਵੀ ਪਹੁੰਚ ਅਪਣਾਈ ਜਾ ਰਹੀ ਹੋਵੇ, ਪਰ ਸਾਹਿਤਕ ਖੇਤਰ ਵਿੱਚ ਇਸ ਪ੍ਰਤੀ ਸੰਜੀਦਗੀ ਦਾ ਹੋਣਾ ਲਾਜ਼ਮੀ ਹੈ ਕਿਉਂਕਿ ਸਾਹਿਤਕ ਚੇਤਨਾ ਹੀ ਜਨ ਸਮੂਹ ਵਿੱਚ ਜਾਗਰਤੀ ਜਗਾਉਂਦੀ ਹੈ। ਸਾਹਿਤਕ ਗਤੀਵਿਧੀਆਂ ਵਿੱਚ ਹਾਸ਼ੀਆਗਤ ਮਸਲਿਆਂ ਨੂੰ ਕਿੰਨੀ ਪ੍ਰਮੁੱਖਤਾ ਦਿੱਤੀ ਜਾਂਦੀ ਹੈ, ਇਸ ਸਵਾਲ ਦਾ ਜਵਾਬ ਜਾਣਨ ਲਈ ਕੁਝ ਹੋਰ ਸਵਾਲਾਂ ਦਾ ਜਵਾਬ ਮਿਲਣਾ ਜ਼ਰੂਰੀ ਹੈ, ਜਿਵੇਂ ਕਿ ਸਾਹਿਤ ਵਿੱਚ ਹਾਸ਼ੀਏ ਨੂੰ ਕਿਵੇਂ ਦਰਸਾਇਆ ਗਿਆ ਹੈ, ਸਾਹਿਤ ਸਦਕਾ ਹਾਸ਼ੀਏ ਦੀਆਂ ਆਵਾਜ਼ਾਂ ਕਿੰਨੀ ਦੂਰ ਪਹੁੰਚਦੀਆਂ ਹਨ, ਜਾਂ ਹੋਰ ਕਲਾਤਮਿਕ ਕਦਮ ਹਾਸ਼ੀਆਕ੍ਰਿਤਾਂ ਨੂੰ ਇਸ ਚੁੱਪ ਤੋਂ ਬਾਹਰ ਦਾ ਰਸਤਾ ਦਿਖਾਉਂਦੇ ਹਨ। ਅੱਜ ਤਕਨਾਲੋਜੀ ਦੇ ਜ਼ਮਾਨੇ ਵਿੱਚ ਸਾਹਿਤ ਵੀ ਸੋਸ਼ਲ ਮੀਡੀਆ ਦੇ ਮੰਚ ਤੋਂ ਹੋ ਕੇ ਗੁਜ਼ਰ ਰਿਹਾ ਹੈ। ਸਾਹਿਤ ਜਗਤ ਦੇ ਇੱਕ ਸੂਝਵਾਨ ਖਿੱਤੇ ਵੱਲੋਂ ਲੋਕਤਰਾਈ, ਸੱਭਿਆਚਾਰਕ ਅਤੇ ਭਾਸ਼ਾਈ ਮਸਲਿਆਂ ਨੂੰ ਉਭਾਰਨ ਲਈ ਉਚੇਚੇ ਯਤਨ ਕੀਤੇ ਜਾ ਰਹੇ ਹਨ। ਇੱਥੇ ਫੇਸਬੁੱਕ ਉੱਤੇ ਚਲਾਏ ਜਾ ਰਹੇ ਗਰੁੱਪ ਪੰਜਾਬੀ ਲੋਕਧਾਰਾ ਆਪਣੀ ਧਰਤੀ ਆਪਣੇ ਲੋਕ ਦੇ ਹਵਾਲੇ ਨਾਲ ਗੱਲ ਕੀਤੀ ਜਾ ਸਕਦੀ ਹੈ ਕਿ ਤੇਜ਼ੀ ਨਾਲ ਬਦਲ ਰਹੇ ਇਸ ਦੌਰ ਵਿੱਚ ਲੋਕਧਾਰਾ ਨੇ ਈ ਲੋਕਧਾਰਾ ਦਾ ਸਫ਼ਰ ਤੈਅ ਕਰ ਲਿਆ ਹੈ। ਪਰ ਇਸ ਮੌਕੇ ਕੁਝ ਸਵਾਲ ਸਾਡੇ ਸਾਹਮਣੇ ਖੜ੍ਹੇ ਹਨ ਕਿ ਇੰਟਰਨੈੱਟ 'ਤੇ ਸੱਭਿਆਚਾਰਕ ਸਾਹਿਤਕ ਜਿਹੜੀਆਂ ਗਤੀਵਿਧੀਆਂ ਹੋ ਰਹੀਆਂ ਨੇ ਉਹਨਾਂ ਨੂੰ ਕੀ ਸੱਚਮੁੱਚ ਦੀ ਲੋਕਧਾਰਾ ਮੰਨਿਆ ਜਾ ਸਕਦਾ ਹੈ? ਇਸ ਦਾ ਰਵਾਇਤੀ ਲੋਕਧਾਰਾ ਤੋਂ ਕੀ ਵਖਰੇਵਾਂ ਹੈ? ਅਸਲੀ ਜ਼ਿੰਦਗੀ ਵਿੱਚ ਲੋਕ ਸਮੂਹ ਈ ਲੋਕਧਾਰਾ ਨੂੰ ਕਿਵੇਂ ਸਵੀਕਾਰ ਕਰ ਰਹੇ ਹਨ? ਲੋਕਧਾਰਾ ਦਾ ਨਿਖੜਵਾਂ ਅੰਗ ਪੰਜਾਬੀ ਸਾਹਿਤ ਦੇਖਦੇ ਹਾਂ ਕਿ ਨਵੀਂ ਤਰ੍ਹਾਂ ਦੇ ਪ੍ਰਯੋਗਾਂ ਵਿੱਚੋਂ ਲੰਘ ਰਿਹਾ ਹੈ। ਇਹ ਗੱਲ ਸੰਜੀਦਗੀ ਨਾਲ ਵਿਚਾਰਨ ਵਾਲੀ ਹੈ ਕਿ ਸਾਈਬਰ ਸਪੇਸ ਜਿਹੇ ਨਿਵੇਕਲੇ ਪਿੜ ਦਾ ਇਸਤੇਮਾਲ ਕਰ ਰਹੇ ਵਿਦਵਾਨ, ਸਾਹਿਤਕਾਰ, ਨਵੇਂ ਲੇਖਕ ਅਤੇ ਪਾਠਕ ਸਮੁੱਚੇ ਸਮਾਜ ਨੂੰ ਕੀ ਸਿਰਜਣਾ ਚਾਹੁੰਦੇ ਹਨ, ਤਾਂ ਲੱਗਦੇ ਹੱਥ ਇਹ ਵੀ ਦੇਖਣਾ ਬਣਦਾ ਹੈ ਕਿ ਜਿਸ ਮੌਕੇ ਇੰਨਾ ਕੁਝ ਵਾਪਰ ਰਿਹਾ ਹੈ, ਠੀਕ ਉਸੇ ਸਮੇਂ ਸਮਾਜ ਦੇ ਅਣਗੌਲੇ ਪੱਖਾਂ ਨੂੰ ਕਿਤੇ ਅਣਗੌਲਾ ਤਾਂ ਨਹੀਂ ਕੀਤਾ ਜਾ ਰਿਹਾ। ਜਿਸ ਮੌਕੇ ਹਰ ਕੋਈ ਸਾਈਬਰ ਸਪੇਸ ਵਿੱਚੋਂ ਦੀ ਹੋ ਕੇ ਗੁਜ਼ਰ ਰਿਹਾ ਹੈ, ਕੀ ਹਾਸ਼ੀਆਕ੍ਰਿਤ ਇਹਨਾਂ ਗਤੀਵਿਧੀਆਂ ਦਾ ਹਿੱਸਾ ਹਨ? ਕਿਉਂਕਿ ਸਾਈਬਰ ਮੀਡੀਆ ਵਾਲੇ ਇਸ ਸ਼ੋਰ ਸ਼ਰਾਬੇ ਵਿੱਚ ਹਰ ਵਰਗ ਦੀ ਪਹੁੰਚ ਇੰਟਰਨੈੱਟ ਉੱਤੇ ਹੋਣੀ ਲਾਜ਼ਮੀ ਹੈ ਕਿਉਂਕਿ ਅੱਜ ਹਰ ਕੋਈ ਇੰਟਰਨੈੱਟ ਤੋਂ ਹੀ ਇੱਕ ਦੂਜੇ ਤੱਕ ਪਹੁੰਚ ਕਰ ਰਹੇ ਹਨ। ਹਾਸ਼ੀਏ ਉੱਤੇ ਧੱਕੇ ਹੋਏ ਬਹੁਤ ਸਾਰੇ ਵਰਗ ਕਿਸੇ ਵੀ ਸਮਾਜ ਦਾ ਹਿੱਸਾ ਹੁੰਦੇ ਹਨ, ਪਰ ਕਿਸੇ ਵੀ ਸਮਾਜ ਵਿੱਚ ਦੁਨੀਆ ਦੀ ਅੱਧੀ ਆਬਾਦੀ ਔਰਤ ਵਰਗ ਦਾ ਨਾਂ ਸੂਚੀ ਵਿੱਚ ਪਹਿਲੇ ਨੰਬਰ 'ਤੇ ਆਉਂਦਾ ਹੈ, ਜਿਸ ਨੂੰ ਨਾਰੀਵਾਦ ਦੇ ਨਾਅਰੇ ਹੇਠ ਵਿਚਾਰਿਆ ਜਾ ਰਿਹਾ ਹੈ। ਸਾਈਬਰ ਪੰਜਾਬੀ ਸਾਹਿਤਕ ਮੰਚ ਉੱਤੇ ਨਾਰੀਵਾਦ ਕੀ ਹੈ, ਇਸ ਬਾਰੇ ਬਹਿਸ ਅਜੇ ਭਖ ਰਹੀ ਹੈ। ਪੰਜਾਬੀ ਸਾਹਿਤ ਵਿੱਚ ਨਾਰੀਵਾਦ ਦਾ ਹੋਕਾ ਦੇਣ ਵਾਲੇ ਸਾਹਿਤਕਾਰਾਂ ਵਿੱਚ ਪਾਲ ਕੌਰ, ਨਿਕਤਾ ਆਜ਼ਾਦ, ਸੁਖਵਿੰਦਰ ਅੰਮ੍ਰਿਤ, ਸ਼ਸ਼ੀਪਾਲ ਸਮੁੰਦਰਾ, ਡਾਕਟਰ ਨੀਤੂ ਅਰੋੜਾ ਅਤੇ ਨਵੇਂ ਲੇਖਕਾਂ ਦੇ ਵਿੱਚ ਰੁਪਿੰਦਰ ਸੰਧੂ, ਸਿਮਰਨ ਅਕਸ, ਦਮਨਪ੍ਰੀਤ, ਦਮਨਜੀਤ, ਜੈਸੀ ਬਰਾੜ, ਜੱਸੀ ਸੰਘਾ, ਹਰਪ੍ਰੀਤ ਕਾਲੋਂ, ਸਰਜੀਤ ਗੱਗ ਦੇ ਨਾਂ ਲਏ ਜਾ ਸਕਦੇ ਹਨ। ਸਮੇਂ ਦੀ ਤੋਰ ਨੇ ਔਰਤ ਵਰਗ ਦੀ ਸਥਿਤੀ ਨੂੰ ਵੀ ਬਦਲਿਆ ਹੈ। ਨਾਰੀਵਾਦ ਨੂੰ ਉਤਸ਼ਾਹਿਤ ਕਰਦੀਆਂ ਲਹਿਰਾਂ ਨੇ, ਸਾਹਿਤ ਕਲਾਮਾਂ ਨੇ ਔਰਤ ਵਰਗ ਨੂੰ ਸੋਝੀ ਦਵਾਈ ਹੈ। 2020 ਦੇ ਸੋਸ਼ਲ ਮੀਡੀਆ ਦੇ ਟਿਕਟੌਕ, ਫੇਸਬੁੱਕ ਅਤੇ ਟਵਿੱਟਰ ਦੇ ਜ਼ਮਾਨੇ ਵਿੱਚ ਆਮ ਔਰਤ ਦੀ ਦਸਤਕ ਅਸੀਂ ਹਰ ਥਾਂ 'ਤੇ ਮਹਿਸੂਸ ਕਰ ਸਕਦੇ ਹਾਂ। ਭਾਵੇਂ ਮਨੋਰੰਜਨ ਦਾ ਰਾਹ ਹੀ ਹੋਵੇ, ਬਦਤਰ ਸਥਿਤੀ ਤੋਂ ਬਾਹਰ ਦੀ ਦੁਨੀਆ ਨਾਲ ਉਸਦਾ ਰਾਬਤਾ ਕਾਇਮ ਹੋ ਚੁੱਕਿਆ ਹੈ। ਜਿੱਥੇ ਔਰਤ ਵਰਗ ਵੱਲੋਂ ਨਾਰੀਵਾਦ ਲਈ ਪਹਿਲ ਕਰਨੀ ਬਣਦੀ ਹੈ, ਉੱਥੇ ਮਰਦ ਲੇਖਕ ਵੀ ਨਾਰੀਵਾਦ ਸਾਹਿਤਕ ਗਤੀਵਿਧੀਆਂ ਲਈ ਸੋਸ਼ਲ ਮੰਚਾਂ ਦਾ ਇਸਤੇਮਾਲ ਕਰ ਰਹੇ ਹਨ, ਜਿਨ੍ਹਾਂ ਵਿੱਚ ਹਰਪ੍ਰੀਤ ਸਿੰਘ ਕਾਲੋਂ ਅਤੇ ਸੁਰਜੀਤ ਗੱਗ ਦਾ ਨਾਂ ਲਿਆ ਜਾ ਸਕਦਾ ਹੈ। ਕਾਲੋਂ ਵੱਲੋਂ ਸਮੇਂ-ਸਮੇਂ ਉੱਤੇ ਔਰਤ ਵਰਗ ਦੇ ਮਸਲਿਆਂ ਨੂੰ ਦਰਪੇਸ਼ ਪੋਸਟਾਂ ਪਾਈਆਂ ਜਾਂਦੀਆਂ ਹਨ। ਉਸ ਵੱਲੋਂ ਕਈ ਇਸ ਤਰ੍ਹਾਂ ਦੇ ਵਿਸ਼ੇ ਵੀ ਛੋਏ ਜਾਂਦੇ ਹਨ ਜਿਨ੍ਹਾਂ ਬਾਰੇ ਪਹਿਲਾਂ ਬਹੁਤ ਘੱਟ ਗੱਲ ਕੀਤੀ ਜਾਂਦੀ ਸੀ ਜਾਂ ਕੀਤੀ ਹੀ ਨਹੀਂ ਜਾਂਦੀ ਸੀ, ਜਿਵੇਂ ਕਿ ਇਹ ਲੇਖਕ ਵੱਲੋਂ ਤੇਜ਼ਾਬ ਪੀੜਤ ਲੜਕੀਆਂ ਦੀ ਇੰਟਰਵਿਊ ਕਰਕੇ ਫੇਸਬੁੱਕ 'ਤੇ ਅਪਡੇਟ ਕੀਤੀਆਂ ਗਈਆਂ। ਇਸ ਤੋਂ ਇਲਾਵਾ ਤੇਜ਼ਾਬ ਪੀੜਤਾਂ ਉੱਤੇ ਬਾਲੀਵੁੱਡ ਫਿਲਮ ਛਪਾਕ ਆਉਣ ਮਗਰੋਂ ਤੇਜ਼ਾਬ ਪੀੜਤ ਲੜਕੀਆਂ ਦੀ ਇੱਕ ਸੀਰੀਜ਼ ਸ਼ੁਰੂ ਕੀਤੀ ਗਈ, ਜਿਸ ਨਾਲ ਬਹੁਤ ਸਾਰੀਆਂ ਪੀੜਤਾਂ ਨੂੰ ਪੰਜਾਬੀ ਪਾਠਕਾਂ ਦੇ ਸਾਹਮਣੇ ਆਉਣ ਦਾ ਮੌਕਾ ਮਿਲਿਆ। ਫੇਸਬੁੱਕ ਕਵੀ ਸੁਰਜੀਤ ਗੱਗ
ਨਾਰੀ ਚੇਤਨਾ ਨੂੰ ਲੈ ਕੇ ਬਹੁਤ ਸੰਜੀਦਾ ਤੇ ਸੁਚੇਤ ਹੈ। ਔਰਤ ਦੇ ਵਿਜ਼ਾਰੀਕਰਨ, ਬਲਾਤਕਾਰ, ਦਾਜ, ਦਲਿਤ, ਨਾਰੀ ਸ਼ੋਸ਼ਣ ਤੇ ਪਛੜੇਪਣ ਨੂੰ ਲੈ ਕੇ ਤਿੱਖਾ ਸੁਰ ਅਪਣਾਉਂਦਾ ਹੈ। ਸੁਰਜੀਤ ਗੱਗ ਵੱਲੋਂ ਲਿਖੀ ਨਾਰੀਵਾਦ ਦੇ ਹੱਕ ਵਿੱਚ ਲਿਖੀ ਕਵਿਤਾ ਦਾ ਨਮੂਨਾ ਪੇਸ਼ ਕਰਦੇ ਹਾਂ। ਤੂੰ ਕਾਮਕ ਨਹੀਂ ਸਾਮਰਾਜੀ ਧੌਂਸ ਦਾ ਉਹ ਇਸ਼ਤਿਹਾਰ ਕਾਮਕ ਹੈ, ਜੋ ਤੈਨੂੰ ਸਾਧਨ ਆਖਦਾ ਹੈ, ਜੋ ਤੈਨੂੰ ਵਸਤੂ ਐਲਾਨਦਾ ਹੈ, ਜੋ ਤੇਰੇ ਅੰਕਾਂ ਨੂੰ ਭਾਰ ਕੇ ਪੇਸ਼ ਕਰਨ ਦਾ ਕੋਹਜ ਰਚਦਾ ਹੈ। ਇਸੇ ਤਰ੍ਹਾਂ ਮਹਿਕਮਾ ਪੰਜਾਬੀ ਗਰੁੱਪ ਵੱਲੋਂ ਔਰਤ ਦਿਹਾੜੇ ਉੱਤੇ ਅਮਰਤਾ ਪ੍ਰੀਤਮ ਕੇ ਰੂਪਨ ਬਜਾਜ ਮਰਦਸ਼ਾਹੀ ਖਿਲਾਫ ਕੌਣ ਲੜੀ ਸਿਰਲੇਖ ਹੇਠ ਪਾਈ ਪੋਸਟ ਗੌਲਣਯੋਗ ਹੈ। ਇਸ ਵਿੱਚ ਔਰਤ ਦਿਹਾੜੇ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਗਿਆ ਹੈ: ਜਨਾਨੀ ਦਿਹਾੜੇ ਦਾ ਮਤਲਬ ਹੈ ਕਿ ਹਰੇਕ ਜਨਾਨੀ ਦੇ ਕੰਮ ਦੀ ਅੱਜ ਦੇ ਦਿਨ ਸਲਾਹੁਤ ਕੀਤੀ ਜਾਵੇ, ਚਾਹੇ ਉਹ ਘਰ ਸੰਭਾਲਦੀ ਹੋਵੇ ਜਾਂ ਦਫ਼ਤਰ ਜਾਂ ਦੋਵੇਂ। ਇਸ ਪੋਸਟ ਰਾਹੀਂ ਰੂਪਨ ਦਿਓਲ ਬਜਾਜ ਦੀ ਬੇਬਾਕੀ ਤੇ ਦਲੇਰੀ ਨਾਲ ਆਪਣੀ ਨਾਲ ਹੋਈ ਛੇੜਖਾਨੀ ਬਦਲੇ ਲੰਬੀ ਲੜਾਈ ਲੜਨ ਦੀ ਕਹਾਣੀ ਉੱਤੇ ਚਰਚਾ ਕੀਤੀ ਜਾਂਦੀ ਹੈ ਤੇ ਔਰਤ ਜਗਤ ਦੀ ਇੱਕ ਨਾਇਕਾ ਵਜੋਂ ਪੇਸ਼ ਕੀਤਾ ਜਾਂਦਾ ਹੈ। ਦੂਜੇ ਪਾਸੇ BBC ਵੱਲੋਂ 7 ਮਾਰਚ ਨੂੰ ਸ਼ਹਿਰਾ ਸੁਖਵਿੰਦਰ ਅਮਰ ਦੀਆਂ ਲਿਖੀਆਂ ਤੁਕਾਂ ਜੇ ਰਾਹਾਂ ਵਿੱਚ ਬੰਦਿਆਂ ਦੀਆਂ ਸ਼ਕਲਾਂ ਵਾਲੇ ਸ਼ੇਰ ਬਘੇਲੇ ਨਾ ਹੁੰਦੇ ਤਾਂ ਕੁੜੀਆਂ ਵੀ ਜਾ ਸਕਦੀਆਂ ਸੀ ਬਾਬੇ ਨਾਨਕ ਵਾਂਗ ਉਦਾਸੀਆਂ ਤੇ ਆਪਣੇ ਪੇਜ ਉੱਤੇ ਅਪਡੇਟ ਕੀਤੇ ਜਾਣ ਪਿੱਛੋਂ ਤਿੱਖੀਆਂ ਟਿੱਪਣੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਤਰ੍ਹਾਂ ਸ਼ਸ਼ੀਪਾਲ ਸਮੁੰਦਰਾ ਦੀ ਸਵੈ ਜੀਵਨੀ ਇੱਕ ਕੁੜੀ ਦੀ ਗੁਪਤ ਡਾਇਰੀ ਨੂੰ ਸੋਸ਼ਲ ਮੀਡੀਆ ਉੱਤੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਦੂਜੇ ਪਾਸੇ ਜੈਸੀ ਬਰਾੜ ਦੀ ਕਿਤਾਬ ਮੈਂ ਸਾਊ ਕੁੜੀ ਨਹੀਂ ਹਾਂ ਸੋਸ਼ਲ ਮੀਡੀਆ ਉੱਤੇ ਚੰਗੀ ਤਿੱਖੀ ਚਰਚਾ ਛੇੜ ਦਿੰਦੀ ਹੈ। ਇੱਕ ਹੋਰ ਪੱਖ ਮੋਹਨਜੀਤ ਸਿੰਘ ਕੁਹਾੜ ਦੇ ਫੇਸਬੁੱਕ ਪ੍ਰੋਫਾਈਲ ਰਾਹੀਂ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ, ਜਿਸ ਵਿੱਚ ਉਹ ਕਹਿੰਦਾ ਹੈ ਫੇਸਬੁੱਕ ਜਾਂ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੀਆਂ ਕੁੜੀਆਂ ਦੇ ਚਰਿੱਤਰ ਨੂੰ ਕਟਹਿਰੇ ਵਿੱਚ ਖੜਾ ਕੀਤਾ ਜਾਂਦਾ ਹੈ। ਅੱਜ ਕੱਲ੍ਹ ਤਾਂ ਰਿਸ਼ਤਾ ਹੋਣ ਵੇਲੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਜਾਂ ਨਾ ਕਰਨ ਵੇਲੇ ਬਾਰੇ ਦਾ ਵੀ ਜ਼ਿਕਰ ਕੀਤਾ ਜਾਂਦਾ ਹੈ। ਪੋਸਟ ਇਸ ਤਰ੍ਹਾਂ ਹੈ: ਜੇ ਕੋਈ ਕੁੜੀ ਫੇਸਬੁੱਕ 'ਤੇ ਅਕਾਊਂਟ ਬਣਾਉਂਦੀ ਹੈ ਤਾਂ ਚਰਿੱਤਰਹੀਨ ਕਿਵੇਂ ਹੋਈ? ਦਿਲ ਦੀਆਂ ਭਾਵਨਾਵਾਂ ਕਵਿਤਾਵਾਂ ਰਾਹੀਂ ਲਿਖਣਾ ਚਾਹੁੰਦੀ ਹੈ ਤਾਂ ਚਰਿੱਤਰਹੀਨ ਕਿਵੇਂ ਹੋਈ? ਪੜ੍ਹਨੇ ਲਈ ਰਚਨਾਵਾਂ ਕਵੀ ਲੇਖਕ ਦੋਸਤ ਬਣਾਉਂਦੀ ਹੈ ਤਾਂ ਚਰਿੱਤਰਹੀਨ ਕਿਵੇਂ ਹੋਈ? ਫੇਸਬੁੱਕ ਵਟਸਐਪ ਤੇ DP ਅਸਲੀ ਪਹਿਚਾਣ ਬਣਾਉਂਦੀ ਹੈ ਤਾਂ ਚਰਿੱਤਰਹੀਨ ਕਿਵੇਂ ਹੋਈ? ਚੋਰੀ ਕਰ ਜੇ ਫੋਟੋ ਫੇਕ ID ਤੇ ਜਨਤਾ ਲਗਾਉਂਦੀ ਹੈ ਤਾਂ ਉਹ ਔਰਤ ਚਰਿੱਤਰਹੀਨ ਕਿਵੇਂ ਹੋਈ? ਸੋਸ਼ਲ ਮੀਡੀਆ ਦੇ ਇਸ ਸਾਹਿਤਕ ਮੰਚ ਤੋਂ ਨਾਰੀਵਾਦੀ ਲਹਿਰ ਦੇ ਇਸ ਤਰ੍ਹਾਂ ਵੱਖ-ਵੱਖ ਪਹਿਲੂ ਨਜ਼ਰ ਆਉਂਦੇ ਹਨ, ਜਿਨ੍ਹਾਂ ਨੂੰ ਖੁੱਲ੍ਹਦਿਲੀ ਨਾਲ ਵਿਚਾਰਿਆ ਵੀ ਜਾ ਰਿਹਾ ਤੇ ਅੱਗੇ ਵੀ ਵਧਾਇਆ ਜਾ ਰਿਹਾ। ਨਾਰੀ ਚੇਤਨਾ ਦੇ ਵਾਂਗ ਦਲਿਤ ਚੇਤਨਾ ਵੀ ਓਨਾ ਹੀ ਸੰਜੀਦਾ ਵਿਸ਼ਾ ਹੈ। ਚਿੰਤਨ ਤੇ ਚੇਤਨਾ ਦਾ ਇਹ ਨਵਾਂ ਮੰਚ ਸੋਸ਼ਲ ਮੀਡੀਆ ਦਲਿਤ ਮਸਲਿਆਂ ਬਾਰੇ ਵੀ ਚਿੰਤਾਤੁਰ ਨਜ਼ਰ ਆਉਂਦਾ ਹੈ। ਦਲਿਤ ਚੇਤਨਾ ਤੇ ਸਾਹਿਤ ਨਾਲ ਜੁੜੀਆਂ ਹਸਤੀਆਂ ਵਿੱਚ ਦੇਸ ਰਾਜ ਕਾਲੀ, ਗੁਰਮੀਤ ਘੜਿਆਲਵੀ, ਜਗਸੀਰਜੀਤ ਦਾ ਅਤਰਜੀਤ, ਸੁਰਜੀਤ ਗੱਗ ਨੂੰ ਸੋਸ਼ਲ ਮੀਡੀਆ ਉੱਤੇ ਐਕਟਿਵ ਦੇਖਿਆ ਜਾ ਸਕਦਾ ਹੈ। ਗੁਰਮੀਤ ਘੜਿਆਲਵੀ ਦੀ ਵੱਲੋਂ ਅਪਡੇਟ ਕੀਤੀ ਚੁੱਪ ਦੀ ਚੀਖ ਕਵਿਤਾ ਨੂੰ ਇੱਥੇ ਉਹਦੀਆਂ ਲਾਈਨਾਂ ਸ਼ਾਮਲ ਕਰਦੇ ਹਾਂ। ਜੇ ਤੈਨੂੰ ਸਾਡਾ ਬੋਲਣਾ ਖਤਰਨਾਕ ਲੱਗਦਾ ਹੈ ਤਾਂ ਜੀ ਸੱਦ ਕੇ ਸੁਣਾ ਦੇ ਸਾਡੇ ਬੋਲਾਂ ਨੂੰ ਦੇਸ਼ ਧਰੋਹੀ ਹੋਣ ਦੀ ਸਜ਼ਾ। ਪੰਜਾਬ ਸੂਬੇ ਅੰਦਰ ਦਲਿਤ ਵਰਗ ਦੇ ਨਿਪੀੜਨ ਦਾ ਸੰਬੰਧ ਜ਼ਮੀਨਦਾਰਾਂ ਤੇ ਬੇਜ਼ਮੀਨਾਂ ਨਾਲ ਜੁੜਿਆ ਹੋਇਆ ਹੈ। ਅਜਿਹੀ ਸਥਿਤੀ ਨੂੰ ਬਿਆਨੀਆਂ ਸੁਰਜੀਤ ਗੱਗ ਦੀਆਂ ਕਵਿਤਾਵਾਂ ਲਾ ਲਵਾਂਗੇ ਤਾਰੇ ਵੀ ਇੱਕ ਦਿਨ, ਹਾਲੇ ਤਾਂ ਸਾਡੇ ਹੱਥਾਂ 'ਚ ਪਲ ਕੇ ਜਵਾਨ ਹੋਇਆ ਨਰਮਾ ਵੀ ਕਿਸੇ ਹੋਰ ਦੇ ਨਾਂ ਬੋਲਦਾ ਹੈ। ਜਦੋਂ ਸਮਾਜ ਦੇ ਬਹੁਤ ਛੋਟੇ-ਛੋਟੇ ਅਣਗੌਲੇ ਪੱਖਾਂ ਦੀ ਗੱਲ ਤੁਰਦੀ ਹੈ ਤਾਂ ਇਹਨਾਂ ਵਿੱਚ ਸਮਾਜ ਦੀ ਤੀਜੀ ਸ਼੍ਰੇਣੀ ਕਿੰਨਰ ਸ਼੍ਰੇਣੀ ਪਹਿਲੀ ਲਾਈਨ ਵਿੱਚ ਹੈ। ਪਰ ਕਿੰਨਰ ਸਮਾਜ ਵਿੱਚ ਪ੍ਰਤੀਨਿਧਤਾ ਕਰਨ ਵਾਲਿਆਂ ਅਤੇ ਆਪਣੀ ਪਛਾਣ ਨੂੰ ਲੈ ਕੇ ਸਾਹਮਣੇ ਆਉਣ ਵਾਲਿਆਂ ਵਿੱਚ ਸੋਸ਼ਲ ਨੈਟਵਰਕਿੰਗ ਸਾਈਟਾਂ ਦਾ ਬਖੂਬੀ ਇਸਤੇਮਾਲ ਕੀਤਾ ਜਾ ਰਿਹਾ ਹੈ। ਕਿੰਨਰ ਸਮੁਦਾਇ ਨਾਲ ਸੰਬੰਧਿਤ ਕਿਤਾਬ ਕੀ ਜਾਣਾ ਮੈਂ ਕੌਣ ਸੋਸ਼ਲ ਨੈਟਵਰਕਿੰਗ ਉੱਤੇ ਸਮਾਜ ਦਾ ਸੁਧਾਰ ਦਾ ਚੰਗਾ ਹੋਕਾ ਦਿੰਦੀ ਹੈ। ਕੀ ਭਾਰਤੀ ਸਮਾਜ ਵਿੱਚ ਕਿੰਨਰਾਂ ਪ੍ਰਤੀ ਸੋਚ ਵਿੱਚ ਤਬਦੀਲੀ ਆਉਣੀ ਚਾਹੀਦੀ ਹੈ? ਲੇਖਿਕਾ ਇਹ ਸਵਾਲ ਇਸ ਨਾਵਲ ਰਾਹੀਂ ਪਾਠਕਾਂ ਦੇ ਜ਼ਿਹਨ ਵਿੱਚ ਪਾਉਣ ਦੀ ਕੋਸ਼ਿਸ਼ ਬਖੂਬੀ ਕਰਦੀ ਹੈ। ਲੇਖਿਕਾ ਵੱਲੋਂ ਸੁਖੀ ਮਹੰਤ ਤੇ ਸਿਮਰਨਪ੍ਰੀਤ ਨੂੰ ਸੰਬੋਧਿਤ ਹੁੰਦੀਆਂ ਜਨਮਦਿਨ ਮੁਬਾਰਕ ਪੋਸਟਾਂ ਸਮਾਜ ਦੇ ਬਦਲਵੇਂ ਅਤੇ ਨਰੋਏ ਸੰਵਾਦ ਨੂੰ ਜਨਮ ਦਿੰਦੀਆਂ ਹਨ। ਇੱਕ ਹੋਰ ਪੋਸਟ ਵਿੱਚ ਲੇਖਿਕਾ ਕਿੰਨਰਾਂ ਬਾਰੇ ਛਪੀ ਖਬਰ ਦੇ ਹਵਾਲੇ ਨਾਲ ਸਾਂਝੀ ਕਰਦੀ ਹੈ। ਕਿੰਨਰਾਂ ਦਾ ਪੱਖ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਕਿੰਨਰਾਂ ਬਾਰੇ ਬਣੀ ਹੋਈ ਸਮਾਜਿਕ ਧਾਰਨਾ ਨੂੰ ਤੋੜਿਆ ਜਾ ਸਕੇ। ਇਸ ਨਾਵਲ ਦੀ ਸਭ ਤੋਂ ਦਿਲਚਸਪ ਗੱਲ ਹੈ ਕਿ ਇਸ ਨਾਵਲ ਦਾ ਸਰਵਰਕ ਫੇਸਬੁੱਕ ਉੱਤੇ ਕਿੰਨਰ ਸਿਮਰਨਪ੍ਰੀਤ ਵੱਲੋਂ ਹੀ ਲਾਂਚ ਕੀਤਾ ਗਿਆ। ਇਸ ਦੇ ਰਿਵਿਊ ਦੀਆਂ ਪੋਸਟਾਂ ਜਾਂ ਵੀਡੀਓ ਕਿੰਨਰਾਂ ਵੱਲੋਂ ਪਾਈਆਂ ਗਈਆਂ, ਜਿਨ੍ਹਾਂ ਦੇ ਵਿੱਚ ਨੀਲੀ, ਆਦਮਪੁਰ ਤੇ ਰੂਬੀ
ਦਾ ਨਾਂ ਲਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ਉੱਤੇ ਪੰਜਾਬ ਦੀ ਸਭ ਤੋਂ ਵੱਧ ਪੜ੍ਹੀ ਲਿਖੀ ਮਹੰਤ ਮੋਹਣੀ ਬਾਰੇ ਵੀ ਪੋਸਟਾਂ ਮਿਲਦੀਆਂ ਹਨ, ਜੋ ਕਿ PhD ਕਰ ਰਹੀ ਹੈ। ਇਸੇ ਤਰ੍ਹਾਂ ਇੱਕ ਹੋਰ ਜਸਲੀਨ ਪਟਿਆਲਾ ਨਾਮੀ ਕਿੰਨਰ ਫੇਸਬੁੱਕ ਤੋਂ ਆਪਣੀ ਪਹਿਚਾਣ ਬਣਾਉਂਦੀ ਹੈ, ਜੋ ਕਿ ਕਿੰਨਰ ਸਮਾਜ ਲਈ ਸ਼ੁਭ ਕਦਮ ਹੈ। ਜਿੱਥੇ ਸਮਾਜ ਦੇ ਅਣਗੌਲੇ ਪੱਖਾਂ ਦੀ ਗੱਲ ਤੁਰਦੀ ਹੈ ਤਾਂ ਸੱਭਿਆਚਾਰਕ ਜਾਂ ਭਾਸ਼ਾ ਪੱਖ ਤੋਂ ਵੀ ਵਿਸ਼ਾ ਗੌਲਣਯੋਗ ਹੈ। ਸੰਸਾਰੀਕਰਨ ਦੀ ਮਾਰ ਚੱਲ ਰਹੇ ਸੱਭਿਆਚਾਰ ਭਾਸ਼ਾਵਾਂ ਅਤੇ ਖੇਤਰੀ ਭਾਸ਼ਾਵਾਂ ਵਾਸਤੇ ਸੋਸ਼ਲ ਨੈਟਵਰਕਿੰਗ ਇੱਕ ਰਾਹ ਦਸੇਰੇ ਵਜੋਂ ਬੌੜੀ ਹੈ। ਸੂਚਨਾ ਤਕਨਾਲੋਜੀ ਦੇ ਵਿਕਾਸ ਦੇ ਸਿਖਰ ਉੱਤੇ ਸਭ ਤੋਂ ਪਹਿਲਾ ਮਹੱਤਵਪੂਰਨ ਤੱਥ ਹੈ ਕਿ ਵੱਖ-ਵੱਖ ਭਾਸ਼ਾਵਾਂ ਵਿਚਲਾ ਫਾਸਲਾ ਖਤਮ ਹੁੰਦਾ ਜਾ ਰਿਹਾ ਹੈ। ਪੋਸਟਾਂ ਦੀ ਟਿੱਪਣੀਆਂ ਵਿੱਚ ਇਲਾਕਾਈ ਸ਼ਬਦਾਂ ਦੀ ਭਰਮਾਰ ਦੇਖੀ ਜਾ ਸਕਦੀ ਹੈ। ਸੋਸ਼ਲ ਮੀਡੀਆ ਸੱਭਿਆਚਾਰਾਂ ਲਈ ਤਾਂ ਵਰਦਾਨ ਹੈ ਹੀ ਸੀ, ਸਗੋਂ ਉਪ ਸੱਭਿਆਚਾਰਾਂ ਅਤੇ ਉਪਬੋਲੀਆਂ ਲਈ ਮਹਾਵਰਦਾਨ ਬਣ ਗਿਆ ਹੈ। ਆਪਣਾ ਪੁਆਧ, ਪੁਆਧਕੀ, ਬੋਬੋਵਾਦ ਗਰੁੱਪ, ਪੁਆਧੀ ਬੋਲੀ, ਰਸਮੋ ਰਿਵਾਜਾਂ, ਗਾਉਣ ਵਜਾਉਣ ਅਤੇ ਰਹਿਣ ਸਹਿਣ ਬਾਰੇ ਗਤੀਵਿਧੀਆਂ ਪਾਈਆਂ ਜਾਂਦੀਆਂ ਹਨ। ਪੁਆਧੀ ਚਰਨ ਵੱਲੋਂ ਅਪਡੇਟ ਕੀਤੀ ਕਵਿਤਾ ਪੁਆਧੀ ਰੰਗ ਕੀ ਕਵਿਤਾ ਨੂੰ ਨਮੂਨੇ ਵਜੋਂ ਸ਼ਾਮਲ ਕਰਦੇ हैं। पौधियाँ की अपने घड़ेवे बहुत से शब्द जो तकरीबन हर खित्ते में उपलब्ध हमें सिर नूं खौंबड़ टोटण मुंडी और टिंड भी कहते हाँ, गेंद नूं गिंडो बौली रोड़नी और फिंड भी कहते हाँ। इस तरह फेसबुक प्रोफाइल वालों पुआधी चुटकले, पुआधी लोक बोल, पुआधी टोटकड़े, पुआधी कवीसर ते लोक तत्थ आदि रूपां नूं हूबहू उचारण वाली भाषा विच ही लिख के पाए जाते हैं। ਪੁਆਧ ਸੱਭਿਆਚਾਰ ਦੀ ਪ੍ਰਤੀਨਿਧਤਾ ਕਰਨ ਵਾਲਿਆਂ ਵਿੱਚ ਚਰਨ ਪੁਆਧੀ, ਮਨਜੀਤ ਸਿੰਘ ਰਾਜਪੁਰਾ ਅਤੇ ਅੰਮ੍ਰਿਤ ਕੌਰ ਦੇ ਨਾਂ ਮੁੱਢਲੀ ਕਤਾਰ ਵਿੱਚ ਆਉਂਦੇ ਹਨ। ਕਿਤੇ ਨਾ ਕਿਤੇ ਪੇਂਡੂ ਹੋਣਾ ਵੀ ਪਛੜੇ ਹੋਣ ਦੀ ਨਿਸ਼ਾਨੀ ਸਮਝਿਆ ਜਾਂਦਾ ਸੀ, ਪਰ ਸੋਸ਼ਲ ਮੀਡੀਆ ਤੇ ਪੇਂਡੂਆਂ ਦੇ ਪਛੜੇ ਹੋਣ ਦੀ ਹੀਨਤਾ ਵਿੱਚੋਂ ਬਾਹਰ ਕੱਢਦਾ ਨਜ਼ਰ ਆਉਂਦਾ ਹੈ। ਅਜਿਹੇ ਬਹੁਤ ਸਾਰੇ ਗਰੁੱਪ ਚਲਾਏ ਜਾ ਰਹੇ ਹਨ ਜਿਨ੍ਹਾਂ ਰਾਹੀਂ ਪੇਂਡੂ ਜਨਜੀਵਨ ਨੂੰ ਪੇਸ਼ ਕੀਤਾ ਜਾਂਦਾ ਹੈ। ਅਜਿਹਾ ਇੱਕ ਗਰੁੱਪ ਕਿਸਾਨ ਗਰੁੱਪ ਹੈ ਜਿਸ ਵਿੱਚ ਪੋਸਟਾਂ ਪਾਈਆਂ ਜਾਂਦੀਆਂ ਹਨ। ਪਿੰਡਾਂ ਵਾਲੇ ਹਾਂ, ਪਿੰਡਾਂ ਦੀਆਂ ਹੀ ਗੱਲਾਂ ਕਰਾਂਗੇ। ਪਿੰਡਾਂ ਦੀ ਝਾਤ, ਪੰਜਾਬ, ਬੇਬੇ, ਰੱਬ ਵਰਗੇ, ਭਗਤ ਲੋਕ ਆਦਿ ਸਿਰਲੇਖ ਹੇਠਾਂ ਪਾਈਆਂ ਪੋਸਟਾਂ। ਇਸ ਤੋਂ ਇਲਾਵਾ ਪਿੰਡਾਂ ਵਾਲੀ ਜਨਤਾ, ਬਾਬੇ ਦੀਆਂ ਬਾਤਾਂ, ਲੜੀਵਾਰ ਪੋਸਟਾਂ, ਪਿੰਡਾਂ ਦੀ ਜਿਉਂਦੀ ਜਾਗਦੀ ਕਥਾ ਬਿਆਨ ਦੀਆਂ ਪੋਸਟਾਂ ਛਾਪਦੀਆਂ ਹਨ। ਇਸੇ ਤਰ੍ਹਾਂ ਹੀ ਪ੍ਰੇਮਜੀਤ ਸਿੰਘ ਨੈਣੇਵਾਲੀਆ ਦੀ ਕਿਤਾਬ ਪਿੰਡਾਂ ਵਾਲੇ ਸਿਰਲੇਖ ਹੇਠ ਛਪਦੀ ਹੈ। ਪੰਜਾਬ ਵਿੱਚ ਕਿੰਨੇ ਹੀ ਅਜਿਹੇ ਸਮੂਹ ਹਨ ਜੋ ਸਮਾਜ ਦਾ ਨਿਖੜਵਾਂ ਅੰਗ ਹਨ, ਪਰ ਅਸਲ ਵਿੱਚ ਇਸ ਸਮਾਜ ਤੋਂ ਛੇਕੇ ਹੋਇਆਂ ਵਰਗੀ ਹੀ ਜ਼ਿੰਦਗੀ ਜਿਉਂਦੇ ਹਨ। ਇੱਕ ਸਮੂਹ ਅਜਿਹਾ ਵੀ ਹੈ ਜਿਨ੍ਹਾਂ ਕੋਲ ਕਲਾ ਤਾਂ ਹੈ ਪਰ ਇੱਕ ਥਾਂ ਟਿਕ ਕੇ ਨਹੀਂ ਬੈਠਦੇ, ਜਿਸ ਕਾਰਨ ਅਨਪੜ੍ਹਤਾ ਪੀੜ੍ਹੀ ਦਰ ਪੀੜ੍ਹੀ ਖਤਮ ਨਹੀਂ ਹੋ ਰਹੀ। ਕੁਝ ਕਬੀਲੇ ਅਜਿਹੇ ਵੀ ਹਨ ਜਿਹੜੇ ਥਾਂ ਟਿਕ ਕੇ ਤਾਂ ਬੈਠਦੇ ਹਨ ਪਰ ਸਕੂਲਾਂ ਤੱਕ ਨਹੀਂ ਪਹੁੰਚਦੇ, ਪੱਕਾ ਰੁਜ਼ਗਾਰ ਦਾ ਸਾਧਨ ਨਹੀਂ ਹੈ, ਰਹਿਣ ਲਈ ਝੁੱਗੇ ਝੂਪੜੀਆਂ ਹੀ ਆਸਰਾ ਹਨ। ਜਿਨ੍ਹਾਂ ਦੀ ਪ੍ਰਤੀਨਿਧਤਾ ਕਰਦੀਆਂ ਗਤੀਵਿਧੀਆਂ ਤਾਂ ਦੇਖੀਆਂ ਜਾ ਸਕਦੀਆਂ ਹਨ, ਪਰ ਇਹਨਾਂ ਕਬੀਲਿਆਂ ਦੇ ਕਿਸੇ ਪ੍ਰਤੀਨਿਧ ਨੇ ਮੁੱਖ ਧਾਰਾਈ ਸਾਹਿਤਕ ਕਾਰਜਾਂ ਵਿੱਚ ਆਪਣੀ ਪ੍ਰਤੀਨਿਧਤਾ ਜ਼ਾਹਰ ਨਹੀਂ ਕੀਤੀ। ਜਿਸ ਤਰ੍ਹਾਂ ਇਹਨਾਂ ਕਬੀਲਿਆਂ ਜਾਂ ਖਾਨਾਂ ਬਦੋਸ਼ਾਂ ਦਾ ਜੀਵਨ ਸਮਾਜ ਤੋਂ ਬਿਲਕੁਲ ਅਲੱਗ-ਥਲੱਗ ਹੋ ਕੇ ਰਹਿ ਗਿਆ ਹੈ, ਉਸੇ ਤਰ੍ਹਾਂ ਹੀ ਸੋਸ਼ਲ ਮੀਡੀਆਈ ਧਾਰਾ ਵਿੱਚ ਵੀ ਇਹਨਾਂ ਨਾਲ ਸੰਬੰਧਿਤ ਗਤੀਵਿਧੀਆਂ ਕਿਤੇ ਆਟੇ ਵਿੱਚ ਲੂਣ ਬਰਾਬਰ ਹੀ ਹਨ। ਜ਼ਿਆਦਾਤਰ ਗਤੀਵਿਧੀਆਂ ਇਹਨਾਂ ਕਬੀਲਿਆਂ ਨਾਲ ਸੰਬੰਧਿਤ ਪੇਸ਼ ਕਰਦੀਆਂ ਫੋਟੋਆਂ ਤੱਕ ਹੀ ਸੀਮਿਤ ਰਹਿ ਜਾਂਦੀਆਂ ਹਨ। ਇਹਨਾਂ ਪਛੜੇ ਪੱਖਾਂ ਨੂੰ ਸੋਸ਼ਲ ਮੀਡੀਆ ਰਾਹੀਂ ਪੇਸ਼ ਕਰਨਾ ਸਮੇਂ ਦੀ ਜ਼ਰੂਰਤ ਹੈ। ਇਸ ਲਈ ਸੋਸ਼ਲ ਮੀਡੀਆ 'ਤੇ ਮੌਜੂਦ ਸਾਹਿਤਕਾਰਾਂ ਅਤੇ ਜ਼ਿੰਮੇਵਾਰ ਧਿਰਾਂ ਨੂੰ ਇਸ ਨੂੰ ਜ਼ਿੰਮੇਵਾਰ ਸੰਦ ਵਜੋਂ ਵਰਤ ਕੇ ਨਰੋਏ ਸਮਾਜ ਦੀ ਸਿਰਜਣਾ ਵੱਲ ਵਧਣ ਲਈ ਕਦਮ ਚੁੱਕਣੇ ਚਾਹੀਦੇ। ਸ਼ੁਕਰੀਆ।